ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਹਜ਼ੂਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ। 11 ਅਸ਼ਟਪਦੀਆਂ ਦੀ ਸੰਪੂਰਨ ਸਤਿਗੁਰਾਂ ਨੇ ਮਿਹਰ ਭਰਿਆ ਹੱਥ ਲਾ ਕੇ ਕਥਾ ਵਿਚਾਰ ਕਰਵਾਈ। ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਆ। ਅੱਜ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 12ਵੀਂ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਤੇ ਫਿਰ ਅਸੀਂ ਇੱਕ ਪੌੜੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ। ਆ ਸਤਿਗੁਰੂ ਗੁਰੂ ਗਰੀਬ ਨਵਾਜ ਸ਼ਲੋਕ ਤੇ 12ਵੀਂ ਅਸ਼ਟਪਦੀ ਵਿੱਚ ਕੀ ਫਰਮਾ ਰਹੇ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖੇ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਇਹ ਮਸਕੀਨੀਆਂ, ਸੁਖੀ ਬਸੇ ਮਸਕੀਨੀਆਂ। ਭਾਗ ਮਸਕੀਨੀਆਂ ਦਾ ਅਰਥ ਹੈ ਗਰੀਬੀ ਸੁਭਾਅ ਵਾਲਾ ਮਨੁੱਖ। ਆਪ ਨਿਵਾਰ ਤਲੇ, ਜਿਹੜਾ ਆਪਣਾ ਭਾਵ ਆਪਣਾ ਹੰਕਾਰ ਤਿਆਗ ਕੇ, ਆਪਾ ਭਾਵ ਤਿਆਗ ਕੇ ਭਾਵ ਕਿ ਤਲੇ ਹੇਠਾਂ ਡਿੱਗ ਪਵੇ। ਸੋ ਇਸੇ ਤਰ੍ਹਾਂ ਹੀ ਇਤਿਹਾਸਕਾਰਾਂ ਨੇ ਮਸਕੀਨੀਏ ਪਹਿਲਵਾਨ ਦੀ ਸਾਖੀ ਲਿਖੀ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਬਾਰ ਸੱਜਿਆ ਹੋਇਆ ਤੇ ਸਤਿਗੁਰਾਂ ਦੇ ਕੋਲ ਇੱਕ ਸਿੱਖ ਆਇਆ। ਉਹਨੇ ਕਿਹਾ ਕਿ ਸਤਿਗੁਰੂ ਜੀ, ਮੈਂ ਸਿੱਖ ਬਣਨਾ ਚਾਹੁੰਦਾ, ਸਿੱਖੀ ਦੇ ਵਿੱਚ ਪ੍ਰਫੁੱਲਤ ਹੋਣਾ ਚਾਹੁੰਦਾ, ਮੈਨੂੰ ਆਪਣੇ ਦਰੋਂ ਕਰੋ ਸਿੱਖੀ ਦਾਨ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਕਿਹਾ ਕਿ ਸਿੱਖੀ ਬਹੁਤ ਔਖੀ ਹੈ, ਇਸ ਤਰ੍ਹਾਂ ਨਹੀਂ ਮਿਲਦੀ। ਪਰ ਉਸਨੇ ਮੁੜ ਮੁੜ ਕੇ ਕਿਹਾ ਮੈਨੂੰ ਆਪਣਾ ਸਿੱਖ ਬਣਾ ਲਵੋ। ਸਤਿਗੁਰੂ ਜੀ ਕਹਿਣ ਲੱਗੇ ਕਿ ਪਹਿਲਾਂ ਸਾਡਾ ਕੰਮ ਕਰ, ਫਿਰ ਤੈਨੂੰ ਸਿੱਖ ਬਣਾਵਾਂਗੇ। ਸੋ ਉਸਨੇ ਸਤਿਗੁਰਾਂ ਜੀ ਨੂੰ ਕਿਹਾ ਕਿ ਜੋ ਤੁਸੀਂ ਮੈਨੂੰ ਕੰਮ ਕਹੋਗੇ, ਜੋ ਵੀ ਮੈਨੂੰ ਹੁਕਮ ਕਰੋਗੇ, ਮੈਂ ਉਹੀ ਕੰਮ ਕਰਾਂਗਾ। ਸਤਿਗੁਰਾਂ ਨੇ ਉਸਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ, ਉਸਦੇ ਹੱਥ ਫੜਾ ਦਿੱਤਾ ਕਿ ਇਹ ਫਲਾਣੇ ਸਿੱਖ ਨੂੰ ਹੁਕਮਨਾਮਾ ਦੇ ਕੇ ਆ। ਕਈ ਇਤਿਹਾਸਕਾਰ 100 ਰੁਪਇਆ ਲਿਖਦੇ ਨੇ ਤੇ ਕਈ 50 ਰੁਪਏ ਲਿਖਦੇ ਨੇ। ਉਹ ਹੁਕਮਨਾਮਾ ਲੈ ਕੇ ਉਸ ਸਿੱਖ ਦੇ ਪਾਸ ਪਹੁੰਚਿਆ। ਤੋ ਸਿੱਖ ਨੂੰ ਜਦੋਂ ਹੁਕਮਨਾਮਾ ਦੇਣ ਲੱਗਾ ਤਾਂ ਉਸਨੇ ਕਿਹਾ ਕਿ ਹੁਕਮਨਾਮਾ ਦੇਣ ਤੋਂ ਪਹਿਲਾਂ ਮੈਨੂੰ ਦਰਸ਼ਨੀ ਭੇਟਾ ਦੇ, ਭਾਵ ਕਿ 100 ਰੁਪਇਆ ਮੈਨੂੰ ਦੇ। ਸਿੱਖ ਬਹੁਤ ਗਰੀਬ ਸੀ, ਉਸਦੇ ਘਰੇ ਕੋਈ ਪੈਸਾ ਤੇ ਨਹੀਂ ਸੀ, ਪਰ ਉਸਨੇ ਆਪਣੇ ਘਰ ਦਾ ਸਮਾਨ ਤੇ ਸਿੱਖ ਜਾਣ ਕੇ ਉਸਨੇ ਆਦਰ ਮਾਣ ਬਹੁਤ ਕੀਤਾ, ਬਿਠਾ ਦਿੱਤਾ, ਸਾਰਾ ਜਲ ਪਾਣੀ ਛਕਾਇਆ। ਫਿਰ ਉਹਨੇ ਘਰ ਦਾ ਸਮਾਨ ਕੁਝ ਵੇਚਿਆ ਤੇ 100 ਰੁਪਇਆ ਲਿਆ ਕੇ ਉਸ ਸਿੱਖ ਨੂੰ ਪਕੜਾ ਦਿੱਤਾ। ਜਦੋਂ ਹੁਕਮਨਾਮਾ ਖੋਲ੍ਹਿਆ ਤੇ ਉਸ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ ਕਿ 500 ਰੁਪਇਆ ਗੁਰੂ ਘਰ ਨੂੰ ਭੇਟਾ ਕਰਨਾ। ਸੋ 100 ਰੁਪਇਆ ਜੋ ਆਪਣਾ ਸਮਾਨ ਵੇਚ ਕੇ ਉਹਨੇ ਪਹਿਲਾਂ ਦਰਸ਼ਨੀ ਭੇਟਾ ਦਿੱਤੀ ਹੁਕਮਨਾਮਾ ਸਾਹਿਬ ਦੀ, ਫਿਰ ਇਸੇ ਤਰ੍ਹਾਂ ਹੀ 500 ਰੁਪਇਆ ਹੁਣ ਉਹ ਸੋਚੀ ਪੈ ਗਿਆ ਕਿ ਕਿਸ ਤਰ੍ਹਾਂ ਆਵੇਗਾ। ਪਰ ਉਸਨੇ ਕੋਈ ਮਨ ਦੇ ਵਿੱਚ ਸ਼ੰਕਾ ਨਹੀਂ ਕੀਤਾ, ਕੋਈ ਸੰਕਲਪ ਨਹੀਂ ਕੀਤਾ। ਉਹ ਸਿੱਖ ਨੇ ਸੋਚਿਆ ਕਿ 500 ਰੁਪਇਆ ਸਤਿਗੁਰਾਂ ਦਾ ਹੁਕਮ ਮੰਨਣਾ ਜ਼ਰੂਰੀ ਆ। ਹਜੇ ਸੋਚਾਂ ਵਿੱਚ ਪਿਆ ਸੀ ਕਿ ਇੱਕ ਬੰਨਿਓ ਰਸਤੇ ਦੇ ਵਿੱਚੋਂ ਢੋਲ ਢਮੱਕੇ ਵੱਜ ਰਹੇ ਹਨ ਕਿ ਕੋਈ ਵੀ ਮਸਕੀਨੀਏ ਪਹਿਲਵਾਨ ਨਾਲ ਜਿਹੜਾ ਲੜੇਗਾ, ਜੇ ਇਸ ਨੂੰ ਹਰਾ ਦੇਵੇਗਾ ਤੇ ਉਸ ਨੂੰ 1000 ਰੁਪਇਆ ਮਿਲੇਗਾ, ਤੇ ਜੇ ਉਸ ਕੋਲੋਂ ਹਾਰ ਜਾਵੇਗਾ ਉਸ ਨੂੰ 500 ਰੁਪਇਆ ਮਿਲੇਗਾ। ਉਹ ਸਿੱਖ ਨੇ ਸੋਚ ਲਿਆ ਕਿ
ਸਤਿਗੁਰਾਂ ਦੇ ਲੇਖੇ ਜੇ ਇਹ ਮੇਰਾ ਸਰੀਰ ਲੱਗ ਜਾਵੇ ਤੇ ਕੋਈ ਗੱਲ ਨਹੀਂ, ਕਿਉਂਕਿ ਜਿਹੜੀ ਭੇਟਾ ਸਤਿਗੁਰਾਂ ਲਿਖੀ ਉਹ ਪਹੁੰਚਾਉਣੀ ਜ਼ਰੂਰੀ ਹੈ। ਮਸਕੀਨੀਆਂ ਪਹਿਲਵਾਨ ਨੂੰ ਕੋਈ ਹਰਾ ਨਹੀਂ ਸੀ ਸਕਦਾ। ਸਿੱਖ ਕਹਿੰਦਾ ਕਿ ਕੋਈ ਨਹੀਂ, ਜੇ ਮੈਂ ਹਾਰ ਵੀ ਜਾਵਾਂਗਾ ਤਾਂ 500 ਰੁਪਇਆ ਮੈਨੂੰ ਮਿਲ ਜਾਵੇਗਾ। ਇਸੇ ਤਰ੍ਹਾਂ ਸਿੱਖ ਉਹ ਮਸਕੀਨੀਆਂ ਪਹਿਲਵਾਨ ਨਾਲ ਜੋ ਕਿ ਘੋਲ ਕਰਨ ਵਾਸਤੇ ਤਿਆਰ ਹੋ ਗਿਆ। ਜਾਂਦਾ ਹੋਇਆ ਰਸਤੇ ਵਿੱਚ ਪਿਆਸ ਲੱਗੀ ਆ, ਖੂਹੀ ਤੇ ਰੁਕਿਆ ਆ। ਬਹੁਤ ਲੋਕਾਂ ਦੀ ਭੀੜ ਸੀ, ਕਿਉਂਕਿ ਸਾਰੇ ਹੀ ਇਹ ਕੁਸ਼ਤੀ ਦੇਖਣ ਜਾ ਰਹੇ ਸਨ। ਸਾਰੇ ਪਿਆਸੇ ਪਾਣੀ ਪੀ ਰਹੇ ਸਨ। ਇਹ ਸਿੱਖ ਨੇ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਆ, ਮੈਨੂੰ ਪਹਿਲਾਂ ਪਾਣੀ ਪਿਆਉਣਾ ਕਰੋ। ਉਹਨਾਂ ਕਿਹਾ ਕਿ ਤੈਨੂੰ ਬਹੁਤ ਛੇਤੀ, ਤੂੰ ਕੀ ਕਰਨਾ ਆ ਕਿ ਅੱਗੇ ਮਸਕੀਨੀ ਪਹਿਲਵਾਨ ਨੂੰ ਢਾਉਣਾ ਜਾ ਕੇ। ਉਸਨੇ ਕਿਹਾ ਕਿ ਮੈਂ ਸੱਚਮੁੱਚ ਹੀ ਮਸਕੀਨੀ ਪਹਿਲਵਾਨ ਨਾਲ ਲੜਨਾ ਹੈ, ਉਸ ਨੂੰ ਹਰਾਉਣਾ ਹੈ, ਮੈਨੂੰ ਤੁਸੀਂ ਪਾਣੀ ਪੀ ਲੈਣ ਦਿਓ, ਮੈਨੂੰ ਪਹਿਲਾਂ ਜਾ ਲੈਣ ਦਿਓ। ਸੋ ਜਿਹੜਾ ਮਸਕੀਨੀਆਂ ਪਹਿਲਵਾਨ ਸੀ ਉਹ ਵੀ ਉੱਥੇ ਨਹਾ ਰਿਹਾ ਸੀ। ਜਦੋਂ ਉਸਨੇ ਸਿੱਖ ਦੇ ਮੁਖ ਦੇ ਵਿੱਚੋਂ ਇਹ ਬਚਨ ਸੁਣਿਆ ਕਿ ਸਤਿਗੁਰਾਂ ਨੇ, ਕਿਉਂਕਿ ਸੰਗਤਾਂ ਨੇ ਉੱਥੇ ਜਿਹੜੇ ਜਿੰਨੇ ਵੀ ਲੋਕ ਸੀ ਉਹ ਕਹਿੰਦੇ ਕਿ ਇਹ ਮਸਕੀਨੀਆਂ ਪਹਿਲਵਾਨ ਨਾਲ ਕਿਵੇਂ ਲੜੇਗਾ, ਕਿਉਂਕਿ ਇਹਦੇ ਆਪ ਤੇ ਸੁੱਕਾ ਜਿਹਾ ਹੈ, ਉਹਦੇ ਇਸ ਦੇ ਹੱਡ ਤੋੜ ਦੇਵੇਗਾ। ਜਦੋਂ ਇਹ ਗੱਲ ਮਸਕੀਨੀਆਂ ਪਹਿਲਵਾਨ ਨੇ ਸੁਣੀ ਕਿ ਐਸੇ ਗੁਰੂ ਦੇ ਸਿੱਖ ਨੇ ਜੋ ਕਿ ਆਪਣੇ ਗੁਰੂ ਤੋਂ ਆਪਾ ਭਾਵ ਤਿਆਗ ਕੇ ਆਪਣੇ ਸਰੀਰ ਨੂੰ ਤਿਆਗ ਕੇ ਆਪਣਾ ਸਰੀਰ ਹੀ ਤਿਆਗ ਦਿੰਦੇ ਨੇ, ਭਾਵ ਕਿ ਮੌਤ ਤੋਂ ਨਹੀਂ ਡਰਦੇ। ਸੋ ਇਸੇ ਤਰ੍ਹਾਂ ਜਦੋਂ ਉੱਥੇ ਸਿੱਖ ਮਸਕੀਨੀਏ ਪਹਿਲਵਾਨ ਦੇ ਨਾਲ ਘੋਲ ਕਰਨਾ ਸ਼ੁਰੂ ਕੀਤਾ ਆ, 1 2 4 5 ਵਾਰ ਉੱਤੇ ਥੱਲੇ ਹੋਏ ਨੇ। ਫਿਰ ਮਸਕੀਨੀਏ ਪਹਿਲਵਾਨ ਨੇ ਉਸ ਸਿੱਖ ਨੂੰ ਆਪਣੇ ਉੱਪਰ ਕਰ ਲਿਆ ਤੇ ਸਭ ਲੋਕਾਂ ਨੇ ਤਾੜੀਆਂ ਮਾਰੀਆਂ ਕਿ ਸਿੱਖ ਜਿੱਤ ਗਿਆ ਹੈ। ਜਦ ਸਿੱਖ ਜਿੱਤ ਗਿਆ ਤੇ ਮਸਕੀਨੀਏ ਪਹਿਲਵਾਨ ਨੇ ਇਸੇ ਤਰ੍ਹਾਂ ਕੀ ਭਾਵ ਕਿ ਆਪਣਾ ਹੰਕਾਰ ਮਾਰਿਆ, ਆਪਣਾ ਗਰਭ ਜਿਹੜਾ ਕਿ ਅਹੰਕਾਰ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ। ਸੋ ਉਹ ਸਤਿਗੁਰਾਂ ਨੇ ਫਿਰ ਉਹ ਮਸਕੀਨੀਆਂ ਪਹਿਲਵਾਨ ਮਸਕੀਨੀਆਂ ਪਹਿਲਵਾਨ ਹਾਰ ਗਿਆ, ਉਸਨੂੰ 500 ਰੁਪਇਆ ਮਿਲਿਆ ਤੇ ਸਿੱਖ ਨੂੰ 1000 ਰੁਪਇਆ ਮਿਲਿਆ। ਤੇ ਮਸਕੀਨੀਆਂ ਪਹਿਲਵਾਨ ਨੇ ਉਹ ਵੀ 500 ਸਿੱਖ ਨੂੰ ਦੇ ਦਿੱਤਾ ਕਿ ਤੁਸੀਂ ਆ ਗੁਰੂ ਤੋਂ ਆਪਾ ਭਾਵ ਤਿਆਗ ਸਕਦੇ ਹੋ, ਸੋ ਇਸ ਕਰਕੇ ਮੈਂ ਤੁਹਾਨੂੰ ਜਿਤਾਇਆ ਹੈ। ਸੋ ਜਿਸ ਕਰਕੇ ਤੁਸੀਂ ਇਹ ਸਰੀਰ ਜਿਹੜੇ ਗੁਰੂ ਦੇ ਲੇਖੇ ਲਾਉਣ ਲੱਗੇ ਸੀ, ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾਓ। ਫਿਰ ਉਹ ਸਿੱਖ ਨੇ ਘਰੇ ਆਇਆ, ਜਿਹੜੇ ਸਿੱਖ ਨੇ 500 ਰੁਪਇਆ ਦੇਣਾ ਸੀ, ਹੁਕਮਨਾਮੇ ਤੇ ਲਿਖਿਆ ਸੀ, ਉਸ ਨੂੰ ਪਹਿਲਾਂ 500 ਰੁਪਇਆ ਫੜਾਇਆ। ਫਿਰ ਮਸਕੀਨੀਏ ਪਹਿਲਵਾਨ ਨੂੰ ਨਾਲ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗਏ ਨੇ। ਤੇ ਸਤਿਗੁਰਾਂ ਨੇ ਉੱਥੇ ਫਿਰ ਇਹ ਸ਼ਲੋਕ ਉਚਾਰਨ ਕੀਤਾ ਸੀ, ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਕਿ ਹੇ ਮਸਕੀਨੀਆਂ ਪਹਿਲਵਾਨ ਤੂੰ ਸੁਖੀ ਵਸੇਗਾ, ਤੂੰ ਆਪਣਾ ਹੰਕਾਰ ਨਵਾਰ ਨਿਵਰਤ ਕਰਕੇ ਸਿੱਖ ਦੇ ਤਲੇ ਵੀ ਹੇਠਾਂ ਡਿੱਗ ਪਿਆ ਹੈ। ਸਾਰਿਆਂ ਲਈ ਉਪਦੇਸ਼ ਹੈ ਕਿ ਜਿਨ੍ਹਾਂ ਨੇ ਆਪਾ ਭਾਵ ਨਵਾਰ ਮੇਟ ਕੇ ਆਪਣੇ ਆਪ ਨੂੰ ਤਲੇ ਵੀ ਨੀਵੇਂ ਮੰਨਿਆ ਹੈ, ਉਹ ਮਸਕੀਨੀਆਂ ਨਿਮਰਤਾ ਵਾਲੇ ਸੁਖੀ ਵਸਦੇ ਹਨ। ਇਸੇ ਤਰ੍ਹਾਂ ਸਤਿਗੁਰੂ ਅੱਗੇ ਫਰਮਾਉਂਦੇ ਹਨ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਬੜੇ ਵੱਡੇ ਹੰਕਾਰੀ, ਸਤਿਗੁਰੂ ਜੀ ਕਥਨ ਕਰਦੇ ਕਿ ਬੜੇ ਵੱਡੇ ਹੰਕਾਰੀ ਰਾਵਣ ਦੁਰਯੋਧਨ ਆਦ ਸਭ ਗਰਭ ਭਾਵ ਕਿ ਹੰਕਾਰ ਦੇ ਵਿੱਚ ਹੀ ਗਲੇ ਹਨ, ਸੜੇ ਹਨ। ਤੇ ਸਿੱਖਾਂ ਨੇ ਸਤਿਗੁਰਾਂ ਨੂੰ ਫੇਰ ਪੁੱਛਿਆ ਕਿ ਗਰੀਬਾਂ ਦੀ ਤੁਸੀਂ ਵਡਿਆਈ ਕੀਤੀ ਹੈ, ਪਰ ਹੰਕਾਰੀਆਂ ਦਾ ਕੀ ਹੋਵੇਗਾ? ਤਾਂ ਗੁਰੂ ਜੀ ਨੇ ਅੱਗੇ ਅਸ਼ਟਪਦੀ ਵਿੱਚ ਸ਼ਲੋਕਾਂ ਦਾ ਟੀਕਾ ਕਰਕੇ ਉਚਾਰਨ ਕਰਦੇ ਹਨ, ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਸਤਿਗੁਰੂ ਫਰਮਾਉਂਦੇ ਜਿਸ ਦੇ ਅੰਤਰ ਭਾਵ ਕਿ ਜਿਹਦੇ ਅੰਦਰ ਰਾਜ ਭਾਗ ਦਾ ਅਭਿਮਾਨ ਹੰਕਾਰ ਹੋਵੇ, ਸੋ ਨਰਕ ਪਾਤੀ ਹੋਵਤ ਸੁਵਾਨ। ਸੁਵਾਨ ਦਾ ਅਰਥ ਹੈ ਕੁੱਤਾ ਤੇ ਪਾਤੀ ਦਾ ਅਰਥ ਹੈ ਭਾਵ ਕਿ ਡਿੱਗ ਪੈਂਦਾ ਹੈ। ਸੋ ਸਤਿਗੁਰੂ ਕਿਰਪਾ ਕਰਦੇ ਹਨ ਕਿ ਜਿਹਦੇ ਅੰਦਰ ਰਾਜ ਅਭਿਮਾਨ ਦਾ ਅਭਿਮਾਨ ਹੋਵੇ, ਹੰਕਾਰ ਹੋਵੇ ਕਿ ਬਹੁਤ ਪੈਸਾ ਆ, ਬਹੁਤ ਰਾਜ ਭਾਗ ਵਾਲਾ ਮੈਂ, ਸਤਿਗੁਰੂ ਕਹਿੰਦੇ ਹਨ ਕਿ ਉਹ ਤਾਂ ਇੱਕ ਨਰਕਾਂ ਦੇ ਵਿੱਚ ਡਿੱਗ ਕੇ ਭਾਵ ਕਿ ਸਵਾਨ ਕੁੱਤਿਆਂ ਦੀ ਜੂਨੀ ਪੈਂਦਾ ਹੈ। ਜੋ ਜਾਣੈ ਮੈਂ ਜੋ ਬਨਵੰਤ, ਤੇ ਜਿਹੜਾ ਪੁਰਸ਼ ਜਿਹੜੀ ਜੀਵ ਇਸਤਰੀ ਜਿਹੜਾ ਭਾਵ ਕਿ ਮਨੁੱਖ ਇਹ ਜਾਣਦਾ ਹੋਵੇ ਕਿ ਮੈਂ ਬਹੁਤ ਜੋਬਨਵੰਤ ਹਾਂ, ਭਾਵ ਮੈਂ ਸੁੰਦਰ ਹਾਂ, ਸੋਹਣਾ ਹਾਂ, ਸਤਿਗੁਰ ਕਿਰਪਾ ਕਰਦੇ ਹਨ, ਸੋ ਹੋਵਤ ਵਿਸ਼ਟਾ ਕਾ ਜੰਤ। ਵਿਸ਼ਟਾ ਇੱਕ ਭਾਵ ਕਿ ਗੰਦਗੀ ਦਾ ਕੀੜਾ ਹੁੰਦਾ ਹੈ। ਸਤਿਗੁਰੂ ਕਹਿੰਦੇ ਕਿ ਉਹ ਜਾਣੋ ਕਿ ਵਿਸ਼ਟਾ ਦਾ ਜੰਤ ਭਾਵ ਕਿ ਉਹ ਗੰਦਗੀ ਦਾ ਕੀੜਾ ਹੈ। ਆਪਸ ਕਉ ਕਰਮਵੰਤ ਕਹਾਵੇ, ਜਿਹੜਾ ਆਪਣੇ ਆਪ ਨੂੰ ਹੀ ਕਹੇ ਕਿ ਮੈਂ ਬਹੁਤ ਚੰਗੇ ਕੰਮ ਕਰਦਾ ਹਾਂ, ਮੈਂ ਬਹੁਤ ਦਾਨ ਪੁੰਨ ਕਰਦਾ ਹਾਂ,
ਆਪਣੇ ਆਪ ਨੂੰ ਕਰਮਵੰਤ ਕਹਾਵੇ। ਜਨਮ ਮਰੇ ਬਹੁ ਜੋਰ ਪਰਮਾਵੇ। ਸਤਿਗੁਰ ਕਹਿੰਦੇ ਜਿਹੜਾ ਇਸ ਤਰ੍ਹਾਂ ਕਰਦਾ ਹੈ, ਜਿਹੜਾ ਵੀ ਆਪਣੇ ਆਪ ਨੂੰ ਕਵੇ ਕਿ ਮੈਂ ਬਹੁਤ ਚੰਗੇ ਕੰਮ ਕਰਦਾ, ਬੜੇ ਪੁੰਨਦਾਨ ਕਰਦਾ, ਸਤਿਗੁਰ ਕਹਿੰਦੇ ਜਨਮ ਮਰੇ ਬਹੁ ਜੋਨ ਭਰਮਾਵੇ। ਉਹ ਭਾਵ ਕਿ ਜੰਮਦਾ ਮਰਦਾ ਹੀ ਰਹਿੰਦਾ ਹੈ, ਬੜੀਆਂ ਜੂਨਾਂ ਦੇ ਵਿੱਚ ਭਟਕਦਾ ਹੈ। ਧਨ ਭੂਮ ਕਾ ਜੋ ਕਰੇ ਗੁਮਾਨ। ਜਿਹੜਾ ਆਪਣੇ ਆਪ ਤੇ ਧਨ ਦਾ ਗੁਮਾਨ ਕਰੇ, ਭੂਮ ਭਾਵ ਕਿ ਧਰਤੀ, ਆਪਣੀ ਜ਼ਮੀਨ ਦਾ ਗੁਮਾਨ ਕਰੇ, ਹੰਕਾਰ ਕਰੇ, ਸੋ ਮੂਰਖ ਅੰਧਾ ਅਗਿਆਨ। ਸਤਿਗੁਰੂ ਕਹਿੰਦੇ ਹਨ ਕਿ ਉਹ ਅਗਿਆਨ ਦੇ ਹਨੇਰੇ ਦੇ ਵਿੱਚ ਅੰਨਾ ਹੋਇਆ ਮੂਰਖ ਸਮਝੋ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ। ਤੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਕੇ ਗਰੀਬੀ ਵਸਾ ਦੇਵੇ, ਜਿਵੇਂ ਮਸਕੀਨੀਆਂ ਤੇ ਕਿਰਪਾ ਕੀਤੀ ਆ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹਾਂ ਮੁਕਤ, ਉਹ ਭਾਵ ਉਹ ਮਨੁੱਖ ਜਿਹੜਾ ਜਿਹਦੇ ਹਿਰਦੇ ਵਿੱਚ ਸਤਿਗੁਰੂ ਅਕਾਲ ਪੁਰਖ ਗਰੀਬੀ ਵਸਾ ਦੇਣ, ਉਹ ਇੱਥੇ ਮੁਕਤੀ ਪਾ ਲੈਂਦਾ ਹੈ ਤੇ ਅੱਗੇ ਵੀ ਸੁਖ ਪਾਉਂਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਦੇ ਹਨ ਕਿ ਆਪਾ ਭਾਵ ਨਹੀਂ ਜਤਾਉਣਾ ਚਾਹੀਦਾ, ਆਪਣੇ ਆਪ ਤੇ ਆਪਣੇ ਜੋਬਨ ਤੇ ਮਾਣ ਨਹੀਂ ਕਰਨਾ, ਆਪ ਤੇ ਹੰਕਾਰ ਨਹੀਂ ਕਰਨਾ। ਇਸ ਤਰ੍ਹਾਂ ਸਤਿਗੁਰ ਕਹਿੰਦੇ ਜਿਸ ਤੇ ਅਕਾਲ ਪੁਰਖ ਕਿਰਪਾ ਕਰਦੇ, ਭਾਵ ਉਹਦੇ ਹਿਰਦੇ 'ਚ ਗਰੀਬੀ ਵਸਾ ਦੇਵੇ, ਉਹ ਫਿਰ ਜਿਹੜਾ ਪੁਰਸ਼ ਆ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਉਹ ਇੱਥੇ ਵੀ ਮੁਕਤੀ ਪ੍ਰਾਪਤ ਕਰਦਾ ਤੇ ਅੱਗੇ ਵੀ ਸੁਖ ਪ੍ਰਾਪਤ ਕਰਦਾ ਹੈ। ਸੋ ਸਤਿਗੁਰਾਂ ਨੇ ਕਿਰਪਾ ਕੀਤੀ, ਆਪ ਸਮੂਹ ਸੰਗਤਾਂ ਨੇ ਹੀ 12ਵੀਂ ਅਸ਼ਟਪਦੀ ਸ਼ੁਰੂ ਹੋਈ ਤੇ ਆਪ ਜੀ ਨੇ ਇੱਕ ਸ਼ਲੋਕ ਤੇ ਇੱਕ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਇਸੇ ਤਰ੍ਹਾਂ ਹੀ 12ਵੀਂ ਅਸ਼ਟਪਦੀ ਦੂਸਰੀ ਪੌੜੀ ਦੀ ਕਥਾ ਵਿਚਾਰ ਹੋਵੇਗੀ, ਸਮੂਹ ਸੰਗਤਾਂ ਨੇ ਸਰਵਣ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।